हर व्यक्ति ਨੂੰ ਇਦਾਂ ਹੀ ਕਰੰਟ ਕਿਉਂ ਪੈ ਰਿਹਾ ਹੈ? ਪਹਿਲਾਂ ਵੀ ਮੌਸਮ ਬਦਲਦੇ ਰਹੇ ਨੇ, ਪਹਿਲਾਂ ਵੀ ਇਹ ਸਟੈਟਿਕ એનર્ਜੀ ਸਾਡੇ ਸਰੀਰ ਦੇ ਵਿੱਚ ਰਹੀ ਹੈ। ਐਟਮਸ ਦੀ ਅਸੀਂ ਗੱਲ ਕਰਦੇ ਹਾਂ, ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ ਦੀ ਗੱਲ ਕਰਦੇ ਹਾਂ, ਕੋਈ ਪੋਜ਼ਿਟਿਵ એનર્ਜੀ, ਕੋਈ ਨੈਗੇਟਿਵ એનર્ਜੀ, ਪਰ ਪਹਿਲਾਂ ਤਾਂ ਕਦੀ ਐਡੇ ਵੱਡੇ ਪੱਧਰ ਤੇ ਇਹ ਗੱਲ ਸਾਹਮਣੇ ਨਹੀਂ ਆਈ। ਦੇਖੋ ਜੀ, ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਨਾੜਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਸੂਖਸ਼ਮ ਬਹੁਤ ਹੀ ਛੋਟੀਆਂ ਨਾੜਾਂ ਹੁੰਦੀਆਂ ਨੇ, ਜਿਹਦੇ ਵਿੱਚ ਜਿਨ੍ਹਾਂ ਦੇ ਵਿੱਚ ਅੱਜ ਵੀ ਅਸੀਂ ਕਿਸੇ ਨੂੰ ਹੁਣ ਵੀ ਦਿਖਾ ਸਕਦੇ ਹਾਂ ਲਾਈਵ ਕਿ ਤੁਸੀਂ ਸਾਡੇ ਹੱਥ ਦੇ ਇਸ ਪੋਰਸ਼ਨ ਦੇ ਉੱਪਰ, ਐਲਬੋ ਦੇ ਉੱਪਰ, ਇਸ ਪੋਰਸ਼ਨ ਦੇ ਉੱਪਰ ਪ੍ਰੈਸਿੰਗ ਕਰਨ ਦੇ ਨਾਲ ਸਾਨੂੰ ਕਰੰਟ ਲੱਗਦਾ ਹੈ। ਪੈਰ ਦੇ ਵਿੱਚ ਏਡੀ ਦੇ ਕੋਲ ਅਗਰ ਅਸੀਂ ਉਹਨੂੰ ਪ੍ਰੈਸ ਕਰੀਏ ਹਲਕਾ ਜਿਹਾ ਤਾਂ ਕਰੰਟ ਵਾਂਗੂ ਸਾਨੂੰ ਜਿਹੜੀ ਊਰਜਾ ਮਹਿਸੂਸ ਹੁੰਦੀ ਹੈ। ਸਾਡੀਆਂ ਨਰਵਸ ਦੇ ਵਿੱਚ ਤਾਂ ਸਟੈਟਿਕ ਊਰਜਾ ਹੁੰਦੀ ਹੀ ਹੁੰਦੀ ਹੈ, ਪਰ ਜਦੋਂ ਕੋਈ ਊਰਜਾ ਬਾਹਰਲੀਆਂ ਚੀਜ਼ਾਂ ਦੇ ਵਿੱਚ ਵੀ ਉਹ ਵੱਧ ਜਾਵੇ ਔਰ ਉਹ ਦੋ ਊਰਜਾਵਾਂ ਟਕਰਾਉਂਦੀਆਂ ਨੇ, ਉਸ ਵੇਲੇ ਜਿਹੜੀ ਊਰਜਾ ਸਾਨੂੰ ਮਹਿਸੂਸ ਹੁੰਦੀ ਹੈ ਉਹ ਇੱਕ ਬਿਜਲੀ ਦੀ ਤਰ੍ਹਾਂ ਹੁੰਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਾਡਾ ਇਹ ਆਧੁਨਿਕ ਜੀਵਨ ਚੱਲ ਰਿਹਾ ਹੈ, ਇਹਦੇ ਵਿੱਚ ਊਰਜਾ ਦਾ ਤਾਂ ਵਾਧਾ ਹੋਣਾ ਹੀ ਹੋਣਾ ਹੈ। ਇਸ ਲਈ ਅਸੀਂ ਹੁਣ ਇਹਦੀ ਪ੍ਰੀਪਰੇਸ਼ਨ ਕਰ ਸਕਦੇ ਹਾਂ। ਤੁਹਾਡੇ ਕਹਿਣ ਦਾ ਭਾਵ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਰੰਟ ਜ਼ਿਆਦਾ ਪੈਣਾ? ਬਿਲਕੁਲ ਜੀ, ਬਿਲਕੁਲ, ਇਹ ਚੀਜ਼ਾਂ ਤਾਂ ਹੋਣਗੀਆਂ ਹੀ। ਤੁਸੀਂ ਇਹ ਕਹਿ ਕੇ ਡਰਾ ਨਹੀਂ ਰਹੇ ਲੋਕਾਂ ਨੂੰ ਕਿ ਆਉਣ ਵਾਲੇ ਸਮੇਂ 'ਚ ਕਰੰਟ ਜ਼ਿਆਦਾ ਪੈਣ ਲੱਗ ਜਾਏ? ਦੇਖੋ ਜੀ, ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਆਧੁਨਿਕ ਜੀਵਨ ਦੇ ਵਿੱਚ ਜੇ ਅਸੀਂ ਤਰੱਕੀ ਕਰਦੇ ਆ ਤਾਂ ਕਿਤੇ ਨਾ ਕਿਤੇ ਅਸੀਂ ਨੁਕਸਾਨ ਵੱਲ ਵੀ ਜਾਂਦੇ ਆ। ਅੱਜ ਇੰਨੇ ਸਾਰੇ ਟਾਵਰ ਦਾ ਜਿੱਥੇ ਲਾਭ ਲੈ ਰਹੇ ਆ, ਬੈਠੇ ਬੈਠੇ ਅਸੀਂ ਪੰਜਾਬ ਤੋਂ ਕੈਨੇਡਾ, ਯੂਕੇ ਦੇ ਵਿੱਚ ਮਿੰਟ 'ਚ ਗੱਲ ਕਰ ਲੈਂਦੇ ਆ, ਤਾਂ ਜੀ ਇੰਨੀ ਸੁਵਿਧਾਵਾਂ ਮਿਲ ਰਹੀ ਆ ਤਾਂ ਉਹਨਾਂ ਦੀ ਦੁਸ਼ਪਰਿਣਾਮ ਵੀ ਜਿਹੜੇ ਉਹਨਾਂ ਦੇ ਮਾੜੇ ਅਸਰ ਵੀ ਸਾਨੂੰ ਦੇਖਣ ਨੂੰ ਮਿਲਣਗੇ। ਜੇ ਜੀਵਨ ਦੇ ਵਿੱਚ ਆਪਾਂ ਕੋਈ ਅੱਗੇ ਵਧਣਾ ਹੈ ਤਾਂ ਉਹਦੇ ਵਿੱਚ ਕੁਝ ਨਾ ਕੁਝ ਦੁਸ਼ਪਰਿਣਾਮ ਵੀ ਸਾਨੂੰ ਜਿਹੜੇ ਆ ਉਹਦਾ ਸਾਹਮਣਾ ਤਾਂ ਕਰਨਾ ਹੀ ਇਹਦੇ ਨਾਲ ਤਾਂ ਆਪਾਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਰਹੇ ਹਾਂ। ਕਿੰਨੀਆਂ ਜ਼ਿੰਦਗੀਆਂ ਦੇ ਨਾਲ? ਜ਼ਿੰਦਗੀਆਂ ਨਾਲ ਖਿਲਵਾੜ ਤਾਂ ਕਰ ਰਹੇ ਆ, ਪਰ ਇੱਕ ਪਾਸੇ ਜਿਹੜੀ ਆ ਉਸ ਊਰਜਾ ਤੋਂ ਪਿੱਛੇ ਤਾਂ ਨਹੀਂ ਹਟ ਸਕਦੇ। ਜਿਸ ਤਰ੍ਹਾਂ ਕਿ ਅਸੀਂ ਪਹਾੜਾਂ ਨੂੰ ਤੋੜ ਕੇ ਰਸਤੇ ਬਣਾਏ ਆ, ਰਸਤੇ ਜਾਣ ਦੇ ਵਿੱਚ ਸੁਵਿਧਾ ਮਹਿਸੂਸ ਕਰ ਰਹੇ ਆ, ਪਰ ਕਿਤੇ ਨਾ ਕਿਤੇ ਉਹ ਵੀ ਤਾਂ ਇੱਕ ਬਹੁਤ ਵੱਡੇ ਕੁਦਰਤ ਦੇ ਨਾਲ ਵੀ ਖਿਲਵਾੜ, ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ। ਜਿਹੜਾ ਕਰੰਟ ਪੈ ਰਿਹਾ, ਹਾਲਾਂਕਿ ਬਹੁਤ ਜ਼ਿਆਦਾ ਫ੍ਰੀਕੁਐਂਸੀ ਤਾਂ ਨਹੀਂ ਹੈਗੀ, ਬਹੁਤ ਹਲਕਾ ਜਿਹਾ ਕਰੰਟ ਪੈ ਰਿਹਾ, ਤਾਂ ਕੋਈ ਨੁਕਸਾਨ ਤਾਂ ਨਹੀਂ ਹੈਗਾ ਸਰੀਰ ਨੂੰ? ਕੁਝ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕਈ ਜਗ੍ਹਾ ਤੇ ਕਰੰਟ ਜਿਹੜਾ ਬਹੁਤ ਹਲਕੀ ਮਾਤਰਾ ਵਿੱਚ ਮਹਿਸੂਸ ਹੋਇਆ ਹੈ, ਪਰ ਕਈ ਜਗ੍ਹਾ ਦੇ ਉੱਪਰ ਕੁਝ ਬੱਚਿਆਂ ਨੂੰ ਫ੍ਰੀਕੁਐਂਸੀ ਦੇ ਵਿੱਚ, ਯਾਨੀ ਇੱਕ ਨੇ ਟੱਚ ਕੀਤਾ, ਦੂਸਰੇ ਨੇ ਟੱਚ ਕੀਤਾ, ਤਿੰਨ ਲੋਕਾਂ ਨੂੰ ਵੀ ਇਹਦਾ ਬਹੁਤ ਵੱਡਾ ਝਟਕਾ ਲੱਗਿਆ ਹੈ। ਇਸ ਲਈ ਸਭ ਨੂੰ ਬਰਾਬਰ ਝਟਕਾ ਨਹੀਂ ਆਇਆ, ਕਿਸੇ ਨੂੰ ਹਲਕਾ ਝਟਕਾ ਆ ਰਿਹਾ, ਕਿਸੇ ਨੂੰ ਤੇਜ਼ ਝਟਕਾ ਵੀ ਆਇਆ ਹੈ। ਚੱਪਲ ਨਹੀਂ ਪਾਈ ਹੋਈ, ਪਾਣੀ ਜ਼ਿਆਦਾ ਪੀਤਾ ਹੋਇਆ ਹੈ, ਉਦੋਂ ਲੱਗ ਜਾਂਦਾ ਤਾਂ ਜ਼ਿਆਦਾ ਖਤਰਾ। ਬਿਲਕੁਲ ਬਿਲਕੁਲ ਜੀ, ਜਦੋਂ ਅਰਥਿੰਗ ਥੱਲੋਂ ਦੀ ਪੈਰ ਦੇ ਨਾਲ ਹੁੰਦੀ ਹੈ ਔਰ ਸੈਕੰਡ ਤੇ ਸਟੈਟਿਕ ਊਰਜਾ ਜਦੋਂ ਮਿਲਦੀ ਹੈ ਤਾਂ ਉਹ ਕਨਵਰਟ ਕਰਦੀ ਹੈ ਬਾਡੀ ਦੇ ਵਿੱਚ। ਜਦੋਂ ਬਾਡੀ ਦੇ ਵਿੱਚ ਜਾਏਗੀ ਤਾਂ ਉਸ ਵੇਲੇ ਜਿਹੜਾ ਇਸ ਝਟਕੇ ਦੇ ਨਾਲ ਕੋਈ ਨੁਕਸਾਨ ਹੋ ਸਕਦਾ ਹੈ। ਜਦੋਂ ਸਾਡਾ ਆਕਸੀਜਨ ਲੈਵਲ ਤੇ ਅਸਰ ਪੈਂਦਾ ਹੈ ਨਰਵਸ ਦੇ ਵਿੱਚ, ਤਦ ਸਾਡਾ ਕਰੰਟ ਸ਼ੋ ਹੁੰਦਾ ਹੈ। ਉਹਦੇ ਲਈ ਆਕਸੀਜਨ ਵਧਾਉਣ ਦੇ ਲਈ ਅਸੀਂ ਸਿਰਫ ਸਿੰਪਲ ਕਰ ਸਕਦੇ ਹਾਂ ਕਿ ਬੈਲੈਂਸ ਦੇ ਵਿੱਚ ਸਿਰਫ ਸਾਹ ਲੈਣਾ ਹੈ। ਸਾਹ ਲੈ ਕੇ 15 ਸਾਹ ਤੁਸੀਂ ਲੈਣੇ ਆ, ਸਿਰਫ ਨੱਕ ਦੇ ਨਾਲ, ਨੋਜ਼ ਨਾਲ ਸਾਹ ਅੰਦਰ ਖਿੱਚਣਾ ਹੈ। 15 ਵਾਰੀ ਗਰਮ ਹਵਾ ਕਰਨੀ ਹੈ ਮੂੰਹ ਦੇ ਵਿੱਚੋਂ ਦੀ, ਔਰ 15 ਵਾਰੀ ਠੰਡੀ ਹਵਾ ਕਰਨੀ ਹੈ। ਕਿਸ ਤਰ੍ਹਾਂ ਕਰਨੀ ਹੈ ਉਹ ਮੈਂ ਦੱਸ ਦਿੰਦਾ ਇੱਕ ਵਾਰੀ, ਕਿ ਜਿਸ ਤਰ੍ਹਾਂ ਸਾਹ ਲੈ ਕੇ ਅਗਰ ਹਾ ਕਰਕੇ ਬੋਲਾਂਗੇ ਤਾਂ ਮੂੰਹ ਚੋਂ ਗਰਮ ਹਵਾ ਨਿਕਲੇਗੀ। 15 ਵਾਰੀ ਗਰਮ ਹਵਾ ਕਰਨੀ ਹੈ, ਔਰ ਦੋਨੇ ਹੀ ਕਰਨੀ ਜ਼ਰੂਰੀ ਹੈ। ਛੋਟਾ ਮੂੰਹ ਬਣਾ ਕੇ ਅਗਰ ਬਾਹਰ ਕੱਢਾਂਗੇ ਠੰਡੀ ਹਵਾ ਆਏਗੀ, ਅਗਰ ਮੂੰਹ ਜ਼ਿਆਦਾ ਖੋਲ ਕੇ ਹਾ ਦੀ ਆਵਾਜ਼ ਕੱਢਾਂਗੇ ਤਾਂ ਗਰਮ ਹਵਾ ਆਏਗੀ। ਇਹ ਦੋਨਾਂ ਕੱਢਣ ਦੇ ਨਾਲ ਸਾਡੀ ਬਾਡੀ ਜਿਹੜੀ ਹੈ ਬੈਲੈਂਸ ਹੁੰਦੀ ਹੈ। ਸਾਡੀ ਸਾਰੀ ਨਸ ਨਾੜੀਆਂ ਦੇ ਵਿੱਚ ਅਲਕਲਾਈਨ ਔਰ ਐਸਿਡ ਬੈਲੈਂਸ ਹੋ ਜਾਂਦੇ ਆ। ਬਾਡੀ ਦੀ ਊਰਜਾ ਪਿਓਰੀ ਹੋ ਜਾਂਦੀ ਹੈ। ਉਹਦੇ ਵਿੱਚ ਇਲੈਕਟ੍ਰਿਸਿਟੀ ਜਿਹੜੀ ਹੈ, ਸਟੈਟਿਕ ਇਲੈਕਟ੍ਰਿਸਿਟੀ, ਉਹ ਨਹੀਂ ਬਣਦੀ ਹੈ, ਅਸਰ ਨਹੀਂ ਕਰ ਪਾਉਂਦੀ ਹੈ। ਕੋਈ ਇੱਦਾਂ ਦੀ ਚੀਜ਼ ਆਉਂਦੀ ਹੈ ਤਾਂ ਉਹਦਾ ਪ੍ਰਚਾਰ ਵੀ ਬੜੀ ਤੇਜ਼ੀ ਨਾਲ ਹੁੰਦਾ ਹੈ, ਪਰ ਜੇਕਰ ਹੱਲ ਦਾ ਪ੍ਰਚਾਰ ਵੀ ਤੇਜ਼ੀ ਨਾਲ ਹੋ ਜਾਏ ਤਾਂ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਇਹ ਸਟੈਟਿਕ એનર્ਜੀ ਹੈ, ਇਹ ਉਸ ਤੋਂ ਬਾਅਦ ਆਪਣੇ ਆਪ ਸੇਫ ਸਾਈਡ ਹੋ ਜਾਏਗੀ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਸਟੇਟਸ ਲੋਕਾਂ ਵੱਲੋਂ ਅਪਲੋਡ ਕੀਤਾ ਜਾ ਰਿਹਾ ਹੈ। ਮੈਕਸਿਮਮ ਲੋਕ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਨੂੰ ਕਰੰਟ ਪੈ ਰਿਹਾ ਕਿਸੇ ਚੀਜ਼ ਨੂੰ ਟੱਚ ਕਰਨ ਤੇ, ਇੱਥੇ ਤੱਕ ਕਿ ਜਦੋਂ ਹੱਥ ਮਿਲਾਏ ਜਾਂਦੇ ਨੇ ਜਾਂ ਕਿਸੇ ਦਰਵਾਜ਼ੇ ਨੂੰ ਹੱਥ ਲਗਾਇਆ ਜਾਂਦਾ ਹੈ, ਇੱਥੇ ਤੱਕ ਕਿਸੇ ਮੇਜ਼ ਨੂੰ ਹੱਥ ਲਗਾਇਆ ਜਾਂਦਾ ਹੈ ਤਾਂ ਕਰੰਟ ਪੈਂਦਾ ਹੈ। ਕਰੰਟ ਕਿਉਂ ਪੈ ਰਿਹਾ? ਕਿ ਸਰੀਰ ਦੇ ਵਿੱਚ ਕੋਈ ਅਜਿਹੀ એનર્ਜੀ ਹੈ ਜਾਂ ਸਟੈਟਿਕ એનર્ਜੀ ਦੀ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ, ਗੱਲ ਸੁਣਦੇ ਰਹਿੰਦੇ ਹਾਂ। ਸਾਇੰਸ ਦਾ ਇਹ ਸਬਜੈਕਟ ਹੈ ਹਾਲਾਂਕਿ, ਪਰ ਕਾਰਨ ਕੀ ਹੈ ਕਿ ਮੋਬਾਈਲ ਦੇ ਟਾਵਰ ਇੰਨੇ ਵੱਡੇ ਪੱਧਰ ਤੇ ਵੱਡੀ ਗਿਣਤੀ ਤੇ ਲੱਗ ਰਹੇ ਨੇ ਤਾਂ ਉਹਨਾਂ ਦਾ ਅਸਰ ਹੋ ਰਿਹਾ ਹੈ। ਮੇਰੇ ਨਾਲ ਇਸ ਵੇਲੇ ਡਾਕਟਰ ਪ੍ਰਵੀਨ ਮੌਜੂਦ ਨੇ। ਡਾਕਟਰ ਪ੍ਰਵੀਨ ਕਹਿੰਦੇ ਨੇ ਕਿ ਜੇ ਤਕਲੀਫ ਸਰੀਰ ਦੇ ਵਿੱਚ ਹੈ ਤਾਂ ਹੱਲ ਵੀ ਸਰੀਰ ਦੇ ਵਿੱਚ ਹੀ ਹੁੰਦਾ ਹੈ। ਇਹ ਇਹਨਾਂ ਦਾ ਕਨਸੈਪਟ ਸੀਗਾ, ਪਰ ਅੱਜ ਕਿਉਂਕਿ ਅਸੀਂ ਗੱਲਬਾਤ ਕਰਨ ਆਏ ਹਾਂ ਕਿ ਕਰੰਟ ਕਿਉਂ ਲੱਗ ਰਿਹਾ, ਕੀ ਕਾਰਨ ਹੈ, ਤਾਂ ਇਸ ਤੇ ਅਸੀਂ ਜਵਾਬ ਡਾਕਟਰ ਪ੍ਰਵੀਨ ਤੋਂ ਲੈ ਲੈਂਦੇ ਹਾਂ। ਸਰ, ਕੀ ਕਾਰਨ ਹੈ? ਜਿਵੇਂ ਤੁਸੀਂ ਪਹਿਲੇ ਦੱਸਿਆ ਜੀ ਕਿ ਜਿਹੜੀ ਸਟੈਟਿਕ એનર્ਜੀ ਦੀ ਆਪਾਂ ਗੱਲ ਕਰਦੇ ਆ, ਜਿਹੜੀ ਇੱਕ ਸਟੇਬਿਲਿਟੀ ਊਰਜਾ ਹੁੰਦੀ ਹੈ ਉਹ ਤਾਂ ਹੈ ਹੀ ਹੈ। ਬਰਸੋਂ ਤੋਂ ਬੜੇ ਸਮੇਂ ਪਹਿਲਾਂ ਤੋਂ ਜਿਹੜੀਆਂ ਊਰਜਾਵਾਂ ਪੈਦਾ ਹੋ ਰਹੀਆਂ ਨੇ, ਉਹ ਇਸ ਧਰਤੀ ਦੇ ਉੱਪਰ ਵੀ ਹੈ, ਆਕਾਸ਼ ਦੇ ਵਿੱਚ ਵੀ ਹੈ, ਔਰ ਹਵਾ ਦੇ ਵਿੱਚ ਵੀ ਹੈ।
ਸਾਡੇ ਸਰੀਰ ਦੇ ਵਿੱਚ ਵੀ ਬਹੁਤ ਸਾਰੇ ਤਰੰਗਾਂ ਜਿਹੜੀਆਂ ਲਗਾਤਾਰ ਹੀ ਉਹਨਾਂ ਦਾ ਉਥਲ ਪਥਲ ਚੱਲਦਾ ਰਹਿੰਦਾ ਹੈ। ਇਸ ਸਮੇਂ ਜਿਹੜੀ ਘਟਨਾਵਾਂ ਹੋ ਰਹੀਆਂ ਹੈ ਉਹ ਹਰ ਪਾਸੇ ਖਬਰ ਆ ਰਹੀ ਹੈ ਕਿ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਨੂੰ, ਜਿਹਦਾ ਕਿ ਲੋਕੀ ਝਟਕਿਆਂ ਦੇ ਰੂਪ ਵਿੱਚ ਜਿਹੜਾ ਅੱਜ ਉਹਦਾ ਆਭਾਸ ਉਹਦਾ ਮਹਿਸੂਸ ਕਰ ਰਹੇ ਨੇ, ਉਹ ਉਹੀ ਇੱਕ ਊਰਜਾ ਹੈ। ਇਸ ਊਰਜਾ ਤੋਂ ਅਸੀਂ ਬਚ ਵੀ ਸਕਦੇ ਹਾਂ। ਪਰ ਸਰ ਇਹ ਪਹਿਲਾਂ ਵੀ ਹੁੰਦਾ ਰਿਹਾ, ਜਦੋਂ ਸਾਡੀ ਕੂਹਣੀ ਕਿਤੇ ਟੱਚ ਹੋ ਜਾਂਦੀ, ਕਈ ਵਾਰ ਕਰੰਟ ਜਾਂ ਪੈਂਦਾ ਹੁੰਦਾ ਸੀਗਾ, ਪਰ ਹਰ ਵਿਅਕਤੀ ਕਹਿ ਰਿਹਾ, ਹਰ ਵਿਅਕਤੀ ਨੂੰ ਇਹੀ ਸੇਮ ਚੀਜ਼, ਹਰ ਵਿਅਕਤੀ ਨੂੰ ਇਦਾਂ ਹੀ ਕਰੰਟ ਕਿਉਂ ਪੈ ਰਿਹਾ ਹੈ? ਪਹਿਲਾਂ ਵੀ ਮੌਸਮ ਬਦਲਦੇ ਰਹੇ ਨੇ, ਪਹਿਲਾਂ ਵੀ ਇਹ ਸਟੈਟਿਕ એનર્ਜੀ ਸਾਡੇ ਸਰੀਰ ਦੇ ਵਿੱਚ ਰਹੀ ਹੈ। ਐਟਮਸ ਦੀ ਅਸੀਂ ਗੱਲ ਕਰਦੇ ਹਾਂ, ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ ਦੀ ਗੱਲ ਕਰਦੇ ਹਾਂ, ਕੋਈ ਪੋਜ਼ਿਟਿਵ એનર્ਜੀ, ਕੋਈ ਨੈਗੇਟਿਵ એનર્ਜੀ, ਪਰ ਪਹਿਲਾਂ ਤਾਂ ਕਦੀ ਐਡੇ ਵੱਡੇ ਪੱਧਰ ਤੇ ਇਹ ਗੱਲ ਸਾਹਮਣੇ ਨਹੀਂ ਆਈ। ਦੇਖੋ ਜੀ, ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਨਾੜਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਸੂਖਸ਼ਮ, ਬਹੁਤ ਹੀ ਛੋਟੀਆਂ ਨਾੜਾਂ ਹੁੰਦੀਆਂ ਨੇ, ਜਿਹਦੇ ਵਿੱਚ ਜਿਨ੍ਹਾਂ ਦੇ ਵਿੱਚ ਅੱਜ ਵੀ ਅਸੀਂ ਕਿਸੇ ਨੂੰ ਹੁਣ ਵੀ ਦਿਖਾ ਸਕਦੇ ਹਾਂ ਲਾਈਵ ਕਿ ਤੁਸੀਂ ਸਾਡੇ ਹੱਥ ਦੇ ਇਸ ਪੋਰਸ਼ਨ ਦੇ ਉੱਪਰ, ਐਲਬੋ ਦੇ ਉੱਪਰ, ਇਸ ਪੋਰਸ਼ਨ ਦੇ ਉੱਪਰ ਪ੍ਰੈਸਿੰਗ ਕਰਨ ਦੇ ਨਾਲ ਸਾਨੂੰ ਕਰੰਟ ਲੱਗਦਾ ਹੈ। ਪੈਰ ਦੇ ਵਿੱਚ ਏਡੀ ਦੇ ਕੋਲ ਅਗਰ ਅਸੀਂ ਉਹਨੂੰ ਪ੍ਰੈਸ ਕਰੀਏ ਹਲਕਾ ਜਿਹਾ, ਤਾਂ ਕਰੰਟ ਵਾਂਗੂ ਸਾਨੂੰ ਜਿਹੜੀ ਊਰਜਾ ਮਹਿਸੂਸ ਹੁੰਦੀ ਹੈ। ਸਾਡੀਆਂ ਨਰਵਸ ਦੇ ਵਿੱਚ ਤਾਂ ਸਟੈਟਿਕ ਊਰਜਾ ਹੁੰਦੀ ਹੀ ਹੁੰਦੀ ਹੈ, ਪਰ ਜਦੋਂ ਕੋਈ ਊਰਜਾ ਬਾਹਰਲੀਆਂ ਚੀਜ਼ਾਂ ਦੇ ਵਿੱਚ ਵੀ ਉਹ ਵੱਧ ਜਾਵੇ ਔਰ ਉਹ ਦੋ ਊਰਜਾਵਾਂ ਟਕਰਾਉਂਦੀਆਂ ਨੇ, ਉਸ ਵੇਲੇ ਜਿਹੜੀ ਊਰਜਾ ਸਾਨੂੰ ਮਹਿਸੂਸ ਹੁੰਦੀ ਹੈ ਉਹ ਇੱਕ ਬਿਜਲੀ ਦੀ ਤਰ੍ਹਾਂ ਹੁੰਦੀ ਹੈ। ਕਹਿਣ ਦਾ ਤੁਹਾਡਾ ਭਾਵ ਹੈ ਕਿ ਜਿਹੜੀ ਸਾਡੇ ਸਰੀਰ ਦੇ ਅੰਦਰ ਇੱਕ ਉਹ ਤੇ ਇੱਕ ਦੂਸਰੀ ਜਿਹੜੀ ਜਿਵੇਂ ਤਾਰਾਂ ਨੇ ਜਾਂ ਮੋਬਾਈਲ ਟਾਵਰਸ ਨੇ, ਉਹ ਬਿਲਕੁਲ ਜੀ, ਬਿਲਕੁਲ। ਦੋ ਊਰਜਾ ਜਦੋਂ ਕਿਸੇ ਨਾਲ ਕਰਦੇ ਆ, ਅਸੀਂ ਸਾਇੰਸ ਦੇ ਵਿੱਚ ਪੜ੍ਹਿਆ ਵੀ ਆ, ਦੇਖਿਆ ਵੀ ਹੈ ਕਿ ਜਦੋਂ ਬੈਲੂਨ ਦੇ ਨਾਲ ਅਸੀਂ ਸਿਰ ਦੇ ਉੱਪਰੋਂ ਦੀ ਆਪਣੇ ਰਬਿੰਗ ਕਰਕੇ ਕਰਦੇ ਆ ਤਾਂ ਪੇਪਰ ਜਿਹੜੇ ਚਿਪਕ ਜਾਂਦੇ ਨੇ, ਕਾਗਜ਼ ਜਿਹੜਾ ਹੁੰਦਾ ਕਾਗਜ਼ ਹੈ, ਜਿਹੜੇ ਟੁਕੜੇ ਹੁੰਦੇ ਨੇ, ਉਹ ਚਿਪਕ ਜਾਂਦੇ ਉਹ ਚਿਪਕਣਾ ਸ਼ੁਰੂ ਕਰ ਦਿੰਦੇ ਨੇ। ਈਵਨ ਤੱਕ ਕਿ ਸਿਰ ਦੇ ਵਾਲ ਵੀ ਉਹਦੇ ਨਾਲ ਖੜੇ ਹੋ ਜਾਂਦੇ ਉਸ ਬੈਲੂਨ ਦੇ ਨਾਲ ਹੀ। ਇੱਕ ਬੈਲੂਨ ਜਿਹੜਾ ਸਿੰਪਲ ਹੈ, ਜਿਹਨੂੰ ਕੁਝ ਨਹੀਂ ਕੀਤਾ, ਉਹਦੇ ਨਾਲ ਕੁਝ ਨਹੀਂ ਹੁੰਦਾ, ਪਰ ਜਿਹੜਾ ਦੂਸਰਾ ਬੈਲੂਨ ਹੈ ਜਿਹਦੇ ਨਾਲ ਸਾਡੀ ਸਟੈਟਿਕ ਊਰਜਾ ਜਦੋਂ ਅਸੀਂ ਉਹਨੂੰ ਕਰਦੇ ਆ, ਉਹ ਦੂਸਰੀ ਊਰਜਾ ਨਾਲ ਟਕਰਾਉਂਦੀ ਹੈ ਤਾਂ ਆਪਣੇ ਨਾਲ ਆਕਰਸ਼ਣ ਕਰਦੀ ਹੈ, ਜੋ ਕਿ ਧਰਤੀ ਦਾ ਆਕਰਸ਼ਣ ਵੀ ਗਰੁੱਪ ਹੁੰਦਾ ਹੈ। ਉਸੇ ਪ੍ਰਕਾਰ ਹੀ ਇਹ ਊਰਜਾ ਇਸ ਵੇਲੇ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਾਡਾ ਇਹ ਆਧੁਨਿਕ ਜੀਵਨ ਚੱਲ ਰਿਹਾ ਹੈ, ਇਹਦੇ ਵਿੱਚ ਊਰਜਾ ਦਾ ਤਾਂ ਵਾਧਾ ਹੋਣਾ ਹੀ ਹੋਣਾ ਹੈ। ਇਸ ਲਈ ਅਸੀਂ ਹੁਣ ਇਹਦੀ ਪ੍ਰੀਪਰੇਸ਼ਨ ਕਰ ਸਕਦੇ ਹਾਂ। ਤੁਹਾਡੇ ਕਹਿਣ ਦਾ ਭਾਵ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਰੰਟ ਜ਼ਿਆਦਾ ਪੈਣਾ ਹੈ? ਬਿਲਕੁਲ ਜੀ, ਬਿਲਕੁਲ। ਇਹ ਚੀਜ਼ਾਂ ਤਾਂ ਹੋਣਗੀਆਂ ਹੀ, ਜੋ ਕਿ ਅਸੀਂ ਪਹਿਲਾਂ ਵੀ ਦੇਖਿਆ ਹੈ। ਜੋ ਅਸੀਂ ਸਾਈਕਲੋਨ, ਤੂਫਾਨ ਦੇਖੇ ਨੇ, ਬਹੁਤ ਸਾਰੀ ਸੁਨਾਮੀ ਦੇਖੀ ਹੈ, ਪਹਿਲਾਂ ਉਹਨਾਂ ਦੇ ਬਾਰੇ ਕੁਝ ਨਹੀਂ ਸੀਗਾ, ਪਰ ਜਦੋਂ ਇੱਕ ਸਮਾਂ ਆ ਜਾਂਦਾ ਹੈ ਤਾਂ ਉਹ ਹਲਚਲਾਂ ਹੋਣ ਦੇ ਕਰਕੇ, ਸਾਗਰ ਦੇ ਥੱਲੇ ਵੀ ਇੰਨਾ ਹਲਚਲ ਦੇ ਕਰਕੇ ਸੁਨਾਮੀ ਤੱਕ ਆਉਂਦੀ ਹੈ। ਸਰ ਤੁਸੀਂ ਇਹ ਕਹਿ ਕੇ ਡਰਾ ਨਹੀਂ ਰਹੇ ਲੋਕਾਂ ਨੂੰ ਕਿ ਆਉਣ ਵਾਲੇ ਸਮੇਂ 'ਚ ਕਰੰਟ ਜ਼ਿਆਦਾ ਪੈਣ ਲੱਗ ਜਾਣਾ? ਦੇਖੋ ਜੀ, ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਆਧੁਨਿਕ ਜੀਵਨ ਦੇ ਵਿੱਚ ਜੇ ਅਸੀਂ ਤਰੱਕੀ ਕਰਦੇ ਆ ਤਾਂ ਕਿਤੇ ਨਾ ਕਿਤੇ ਅਸੀਂ ਨੁਕਸਾਨ ਵੱਲ ਵੀ ਜਾਂਦੇ ਆ। ਅੱਜ ਇੰਨੇ ਸਾਰੇ ਟਾਵਰ ਦਾ ਜਿੱਥੇ ਅਸੀਂ ਲਾਭ ਲੈ ਰਹੇ ਆ, ਬੈਠੇ ਬੈਠੇ ਅਸੀਂ ਪੰਜਾਬ ਤੋਂ ਕੈਨੇਡਾ, ਯੂਕੇ ਦੇ ਵਿੱਚ ਮਿੰਟ 'ਚ ਗੱਲ ਕਰ ਲੈਂਦੇ ਆ, ਤਾਂ ਜੀ ਇੰਨੀ ਸੁਵਿਧਾਵਾਂ ਮਿਲ ਰਹੀ ਆ ਤਾਂ ਉਹਨਾਂ ਦੀ ਦੁਸ਼ਪਰਿਣਾਮ ਵੀ, ਜਿਹੜੇ ਉਹਨਾਂ ਦੇ ਮਾੜੇ ਅਸਰ ਵੀ ਸਾਨੂੰ ਦੇਖਣ ਨੂੰ ਮਿਲਣਗੇ, ਜਿਨ੍ਹਾਂ ਵਿੱਚੋਂ ਇੱਕ ਸਟੈਟਿਕ ਊਰਜਾ ਇਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਪਿਛਲੇ ਟਾਈਮ 'ਚ ਅਸੀਂ ਬਿਮਾਰੀਆਂ 'ਚੋਂ ਦੇਖਿਆ ਹੈ, ਮਤਲਬ ਇਹ ਤਾਂ ਸਮੇਂ ਦੇ ਹਿਸਾਬ ਨਾਲ ਆਣਗੇ ਹੀ ਆਣਗੇ। ਕਿ ਅਜਿਹੇ ਪ੍ਰੋਜੈਕਟਸ ਲਿਆਉਣ ਤੋਂ ਪਹਿਲਾਂ ਨਹੀਂ ਪਤਾ ਹੁੰਦਾ ਉਹਨਾਂ ਨੂੰ, ਜਿਹੜੇ ਪ੍ਰੋਜੈਕਟਸ ਲੈ ਕੇ ਆਏ ਨੇ, ਕਿ ਇਹਦੇ ਨੁਕਸਾਨ ਕੀ ਹੋਣ ਵਾਲੇ ਨੇ? ਦੇਖੇ ਜੀ, ਜਿਸ ਤਰ੍ਹਾਂ ਕਹਿੰਦੇ ਕਿ ਜਿਹੜਾ ਕੋਈ ਦੁੱਖ ਹੁੰਦਾ ਹੈ ਉਹ ਕੋਈ ਸੁੱਖ ਹੁੰਦਾ ਹੈ। ਸੁੱਖ ਜਿਹੜਾ ਆਧਾਰਿਤ ਹੈ ਉਹ ਦੁੱਖ ਦੇ ਉੱਪਰ ਹੈ। ਜੇ ਦੁੱਖ ਨਹੀਂ ਹੋਏਗਾ ਤਾਂ ਸੁੱਖ ਦਾ ਆਭਾਸ ਨਹੀਂ ਹੋ ਸਕਦਾ, ਦੁੱਖ ਸਾਨੂੰ ਜਿਹੜਾ ਸੁੱਖ ਮਹਿਸੂਸ ਨਹੀਂ ਹੋ ਸਕਦਾ। ਉਸੇ ਪ੍ਰਕਾਰ ਜੇ ਜੀਵਨ ਦੇ ਵਿੱਚ ਆਪਾਂ ਕੋਈ ਅੱਗੇ ਵਧਣਾ ਹੈ ਤਾਂ ਉਹਦੇ ਵਿੱਚ ਕੁਝ ਨਾ ਕੁਝ ਦੁਸ਼ਪਰਿਣਾਮ ਵੀ ਸਾਨੂੰ ਜਿਹੜੇ ਆ ਉਹਦਾ ਸਾਹਮਣਾ ਤਾਂ ਕਰਨਾ ਹੀ ਇਹਦੇ ਨਾਲ ਤਾਂ ਪਏਗਾ। ਆਪਾਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਰਹੇ ਹਾਂ, ਕਿੰਨੀਆਂ ਜ਼ਿੰਦਗੀਆਂ ਦੇ ਨਾਲ। ਜ਼ਿੰਦਗੀਆਂ ਨਾਲ ਖਿਲਵਾੜ ਤਾਂ ਕਰ ਰਹੇ, ਪਰ ਇੱਕ ਪਾਸੇ ਜਿਹੜੀ ਆ ਉਸ ਊਰਜਾ ਤੋਂ ਪਿੱਛੇ ਤਾਂ ਨਹੀਂ ਹਟ ਸਕਦੇ। ਜਿਸ ਤਰ੍ਹਾਂ ਕਿ ਅਸੀਂ ਪਹਾੜਾਂ ਨੂੰ ਤੋੜ ਕੇ ਰਸਤੇ ਬਣਾਏ ਆ, ਰਸਤੇ ਜਾਣ ਦੇ ਵਿੱਚ ਸੁਵਿਧਾ ਮਹਿਸੂਸ ਕਰ ਰਹੇ ਆ, ਪਰ ਕਿਤੇ ਨਾ ਕਿਤੇ ਉਹ ਵੀ ਤਾਂ ਇੱਕ ਬਹੁਤ ਵੱਡੇ ਕੁਦਰਤ ਦੇ ਨਾਲ ਵੀ ਖਿਲਵਾੜ, ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ। ਹਰ ਬੰਦਾ ਅੱਜ ਕਿਸੇ ਨੂੰ ਪੁੱਛਿਆ ਜਾਵੇ ਕਿ ਉਹ ਕੀ ਚਾਹੁੰਦਾ ਹੈ, ਤਾਂ ਉਹੀ ਚਾਹੁੰਦਾ ਹੈ ਕਿ ਮੈਂ ਅੰਤਰਿਕਸ਼ ਦੇ ਵਿੱਚ ਜਾਣਾ ਹੈ, ਪਰ ਅੰਤਰਿਕਸ਼ ਦੇ ਵਿੱਚ ਜਾਣ ਦੇ ਲਈ ਜਿਹੜੀਆਂ ਊਰਜਾਵਾਂ ਦਾ ਸਾਹਮਣਾ ਕਰਨਾ ਪਏਗਾ, ਉਹਦੇ ਮਾੜੇ ਅਸਰ ਆਪਾਂ ਦੇਖੇ ਹੀ ਹੈ। ਜਿਹੜੇ ਲੋਕਾਂ ਨੂੰ ਅੰਤਰਿਕਸ਼ 'ਚ ਜਾਣ ਲੱਗੇ, ਕਈ ਜਗ੍ਹਾ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ, ਤਾਂ ਉਹ ਵੀ ਤਾਂ ਨੁਕਸਾਨ ਅਸੀਂ ਝੱਲਿਆ ਹੀ ਹੈ। ਇਹਦਾ ਜਿਹੜਾ ਕਰੰਟ ਪੈ ਰਿਹਾ, ਹਾਲਾਂਕਿ ਬਹੁਤ ਜ਼ਿਆਦਾ ਫ੍ਰੀਕੁਐਂਸੀ ਤਾਂ ਨਹੀਂ ਹੈਗੀ, ਬਹੁਤ ਹਲਕਾ ਜਿਹਾ ਕਰੰਟ ਪੈ ਰਿਹਾ, ਤਾਂ ਕੋਈ ਨੁਕਸਾਨ ਤਾਂ ਨਹੀਂ ਹੈਗਾ ਸਰੀਰ ਨੂੰ? ਦੇਖੋ ਜੀ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕਈ ਜਗ੍ਹਾ ਤੇ ਕਰੰਟ ਜਿਹੜਾ ਬਹੁਤ ਹਲਕੀ ਮਾਤਰਾ ਵਿੱਚ ਮਹਿਸੂਸ ਹੋਇਆ ਹੈ, ਪਰ ਕਈ ਜਗ੍ਹਾ ਦੇ ਉੱਪਰ ਕੁਝ ਬੱਚਿਆਂ ਨੂੰ ਫ੍ਰੀਕੁਐਂਸੀ ਦੇ ਵਿੱਚ, ਯਾਨੀ ਇੱਕ ਨੇ ਟੱਚ ਕੀਤਾ, ਦੂਸਰੇ ਨੇ ਟੱਚ ਕੀਤਾ, ਤਿੰਨ ਲੋਕਾਂ ਨੂੰ ਵੀ ਇਹਦਾ ਬਹੁਤ ਵੱਡਾ ਝਟਕਾ ਲੱਗਿਆ ਹੈ। ਇਸ ਲਈ ਸਭ ਨੂੰ ਬਰਾਬਰ ਝਟਕਾ ਨਹੀਂ ਆਇਆ, ਕਿਸੇ ਨੂੰ ਹਲਕਾ ਝਟਕਾ ਆ ਰਿਹਾ, ਕਿਸੇ ਨੂੰ ਤੇਜ਼ ਝਟਕਾ ਵੀ ਆਇਆ ਹੈ। ਇਹਦਾ ਕੋਈ ਸਰੀਰ ਨੂੰ ਨੁਕਸਾਨ ਹੈਗਾ? ਦੇਖੋ, ਕਿਸੇ ਦੀ ਬੋਡੀ ਜਿਹੜੀ ਹੁੰਦੀ ਹੈ ਕਿ ਉਹਨੂੰ ਸਹਿਨ ਕਰ ਸਕਦੀ ਹੈ। ਕਿਸੇ ਦੀ ਅਗਰ ਸਰੀਰ ਇੰਨਾ ਵੀਕ ਹੋਵੇ ਔਰ ਉਸ ਟਾਈਮ ਤੇ ਕੁਝ ਐਸੀ ਚੀਜ਼ ਕੀਤੀ ਹੋਵੇ, ਜਿਸ ਤਰ੍ਹਾਂ ਕਿ ਜਲ ਬਹੁਤ ਪੀਤਾ ਹੋਵੇ ਜਾਂ ਜ਼ਮੀਨ ਤੇ ਸਿੱਧਾ ਆਦਮੀ ਖੜਾ ਹੋਵੇ, ਤੇ ਖਾਸ ਕਰਕੇ ਬੱਚਿਆਂ ਨੂੰ ਜ਼ਮੀਨ ਤੇ ਯਾਨੀ ਚੱਪਲ ਨਹੀਂ ਪਾਈ ਹੋਈ, ਜੁੱਤੀ ਨਹੀਂ ਪਾਈ, ਖਾਸ ਕਰਕੇ ਮੰਨ ਲਓ ਕਿ ਸਪੋਜ਼ ਕੋਈ ਬੱਚਾ ਕੋਈ ਐਸੀ ਜਗ੍ਹਾ ਤੇ ਖੜਾ ਹੋਇਆ ਹੈ, ਅਗਰ ਉਹ ਕਿਸੇ ਨੂੰ ਟੱਚ ਕਰਦਾ ਹੈ, ਟੱਚ ਕਰਨ ਦੇ ਨਾਲ ਉਹਦੇ ਨਾਲ ਕੋਈ ਵੀ ਅਣਹੋਣੀ ਹੋ ਸਕਦੀ ਹੈ, ਕਿਉਂਕਿ ਉਹ ਗਿਰ ਵੀ ਸਕਦਾ ਹੈ, ਜਾਂ ਕੋਈ ਐਸੀ ਜਗ੍ਹਾ ਤੇ ਖੜਾ ਹੈ, ਮਿਸ ਹੈਪਨੈਸ ਵੀ ਹੋ ਸਕਦੀ ਹੈ ਇਹਦੇ ਨਾਲ। ਅੱਛਾ, ਜੇ ਚੱਪਲ ਨਹੀਂ ਪਾਈ ਹੋਈ, ਪਾਣੀ ਜ਼ਿਆਦਾ ਪੀਤਾ ਹੋਇਆ ਹੈ, ਉਦੋਂ ਲੱਗ ਜਾਂਦਾ ਤਾਂ ਜ਼ਿਆਦਾ ਖਤਰਾ? ਬਿਲਕੁਲ ਬਿਲਕੁਲ ਜੀ, ਜਦੋਂ ਅਰਥਿੰਗ ਥੱਲੋਂ ਦੀ ਪੈਰ ਦੇ ਨਾਲ ਹੁੰਦੀ ਹੈ ਔਰ ਸੈਕੰਡ ਤੇ ਸਟੈਟਿਕ ਊਰਜਾ ਜਦੋਂ ਮਿਲਦੀ ਹੈ ਤਾਂ ਉਹ ਕਨਵਰਟ ਕਰਦੀ ਹੈ ਬਾਡੀ ਦੇ ਵਿੱਚ। ਜਦੋਂ ਬਾਡੀ ਦੇ ਵਿੱਚ ਜਾਏਗੀ
ਤਾਂ ਉਸ ਵੇਲੇ ਜਿਹੜਾ ਇਸ ਝਟਕੇ ਦੇ ਨਾਲ ਕੋਈ ਨੁਕਸਾਨ ਹੋ ਸਕਦਾ ਹੈ। ਹੱਲ ਕੀ ਹੈ ਇਹਦਾ? ਦੇਖੋ ਜੀ, ਹੱਲ ਕਹਿੰਦੇ ਕਿ ਜੇ ਆਪਾਂ ਉਹੀ ਗੱਲ ਆ ਜਾਂਦੀ ਹੈ ਕਿ ਜੇ ਤਰੱਕੀ ਕਰਦੇ ਆ ਉਹਦੇ ਨਾਲ ਜਿਹੜਾ ਹਰ ਚੀਜ਼ ਦਾ ਹੱਲ ਵੀ ਜ਼ਰੂਰ ਹੁੰਦਾ ਹੈ। ਜੇਕਰ ਅਸੀਂ ਹੱਲ ਨੂੰ ਸਮਝ ਲਈਏ ਤਾਂ ਜਿਹੜੀ ਉਹਦੇ ਦੁਸ਼ਪਰਿਣਾਮਾਂ ਤੋਂ ਅਸੀਂ ਬਚ ਸਕਦੇ ਆ। ਕਿਵੇਂ ਬਚ ਸਕਦੇ ਆ? ਨੰਬਰ 1 ਤੇ ਕਿ ਜਦੋਂ ਆਪਾਂ ਨੂੰ ਇਹ ਮਾਹੌਲ ਦੇ ਬਾਰੇ ਪਤਾ ਲੱਗ ਗਿਆ ਤੇ ਘੱਟੋ ਘੱਟ ਬੱਚਿਆਂ ਨੂੰ, ਖਾਸ ਕਰਕੇ ਵੱਡੇ ਸਾਰੇ ਜਿਹੜੇ ਆ, ਉਹ ਜ਼ਮੀਨ ਤੇ ਪੈਰ ਨਾ ਰੱਖਣ, ਸੌਕਸ ਵਗੈਰਾ ਜਰਾਬਾਂ ਪਾ ਕੇ ਰੱਖਣ, ਸ਼ੂਜ਼ ਵਗੈਰਾ ਪਾ ਕੇ ਰੱਖਣ, ਕਿਉਂਕਿ ਇਸ ਸਟੈਟਿਕ ਊਰਜਾ ਤੋਂ ਬਚਣ ਦੇ ਲਈ ਸਾਨੂੰ ਅਰਥਿੰਗ ਨਹੀਂ ਹੋਣਾ ਹੁੰਦਾ। ਸੈਕਿੰਡ ਜਿਹੜਾ ਵਾ ਕਿ ਆਪਾਂ ਜਿੱਦਾਂ ਜਲ ਤੱਤਵ ਪਾਣੀ ਪੀਂਦੇ ਆ, ਪਾਣੀ ਉਹ ਪੀ ਸਕਦੇ ਨੇ, ਪਰ ਪਾਣੀ ਪੀਣ ਤੋਂ ਤੁਰੰਤ ਬਾਅਦ ਜਿਹੜਾ ਵਾ ਨੰਗੇ ਪੈਰੀ ਜ਼ਮੀਨ ਤੇ ਪੈਰ ਨਾ ਰੱਖਣ। ਠੀਕ ਹੈ। ਉਹਦੇ ਇਲਾਵਾ ਕੁਝ ਅਸੀਂ ਨੈਚੁਰਲ ਕੁਦਰਤੀ ਤੌਰ ਤੇ ਕੁਝ ਇਲਾਜ ਰੱਖਿਆ ਹੈ। ਅਗਰ ਤੁਸੀਂ ਉਹ ਇਲਾਜ ਜਿਹੜਾ ਵਾ ਅਗਰ ਉਹ ਲੋਕ ਕਰ ਲੈਣ ਆਸਾਨੀ ਦੇ ਨਾਲ, ਬੜੇ ਆਸਾਨ ਨੇ, ਆਉਣ ਦੀ ਲੋੜ ਨਹੀਂ ਹੈ ਕਿਸੇ ਨੂੰ, ਸਿਰਫ ਸਮਝਾ ਦਈਏ ਖਾਲੀ, ਉਹ ਕਰਨ ਦੇ ਨਾਲ ਵੀ ਉਹ ਉਸ ਤੋਂ ਬਚ ਸਕਦੇ ਨੇ। ਕੀ ਇਲਾਜ ਤੁਸੀਂ ਦੱਸ ਸਕਦੇ? ਜਿਵੇਂ ਕਿ ਬਰੀਥਿੰਗ ਦਾ ਤੇ ਬਹੁਤ ਅਸਰ ਹੈ, ਕਿਉਂਕਿ ਜਿਹੜੇ ਵੀ ਤਿਰੰਗਾ ਜਾਣ ਗਈ ਆ ਉਹ ਜਾਣੇ ਸਾਡੀ ਬਾਡੀ ਦੇ ਵਿੱਚ ਹੀ, ਹਿਊਮਨ ਬਾਡੀ ਦੇ ਵਿੱਚ ਹੀ। ਜਦੋਂ ਸਾਡਾ ਆਕਸੀਜਨ ਲੈਵਲ ਤੇ ਅਸਰ ਪੈਂਦਾ ਨਰਵਸ ਦੇ ਵਿੱਚ ਤਦ ਸਾਡਾ ਕਰੰਟ ਸ਼ੋ ਹੁੰਦਾ ਹੈ। ਉਹਦੇ ਲਈ ਆਕਸੀਜਨ ਵਧਾਉਣ ਦੇ ਲਈ ਅਸੀਂ ਸਿਰਫ ਸਿੰਪਲ ਕਰ ਸਕਦੇ ਹਾਂ ਕਿ ਬੈਲੈਂਸ ਦੇ ਵਿੱਚ ਸਿਰਫ ਸਾਹ ਲੈਣਾ ਹੈ। ਸਾਹ ਲੈ ਕੇ 15 ਸਾਹ ਤੁਸੀਂ ਲੈਣੇ ਆ, ਸਿਰਫ ਨੱਕ ਦੇ ਨਾਲ, ਨੋਜ਼ ਨਾਲ ਸਾਹ ਅੰਦਰ ਖਿੱਚਣਾ ਹੈ। 15 ਵਾਰੀ ਗਰਮ ਹਵਾ ਕੱਢਣੀ ਹੈ ਮੂੰਹ ਦੇ ਵਿੱਚੋਂ ਦੀ, ਔਰ 15 ਵਾਰੀ ਠੰਡੀ ਹਵਾ ਕਰਨੀ ਹੈ। ਕਿਸ ਤਰ੍ਹਾਂ ਕਰਨੀ ਹੈ ਉਹ ਮੈਂ ਦੱਸ ਦਿੰਦਾ ਇੱਕ ਵਾਰੀ, ਕਿ ਜਿਸ ਤਰ੍ਹਾਂ ਸਾਹ ਲੈ ਕੇ ਅਗਰ ਹਾਂ ਕਰਕੇ ਬੋਲਾਂਗੇ ਤਾਂ ਮੂੰਹ ਚੋਂ ਗਰਮ ਹਵਾ ਨਿਕਲੇਗੀ। 15 ਵਾਰੀ ਗਰਮ ਹਵਾ ਕਰਨੀ ਹੈ, ਔਰ ਦੋਨੇ ਹੀ ਕਰਨੀ ਜ਼ਰੂਰੀ ਹੈ। ਔਰ 15 ਵਾਰੀ ਸਾਹ ਲੈ ਕੇ ਛੋਟਾ ਮੂੰਹ ਬਣਾ ਕੇ ਠੰਡੀ ਹਵਾ ਬਾਹਰ ਕੱਢਣੀ ਹੈ। ਇਹ ਪ੍ਰੀਕਾਸ਼ਨ ਕਰ ਸਕਦੀ ਹੈ। ਇੱਕ ਪ੍ਰੀਕਾਸ਼ਨ ਹਵਾ ਕਿੱਦਾਂ ਕੱਢਣੀ, ਉਹ ਵੀ ਜਦੋਂ ਆਪਾਂ ਛੋਟਾ ਮੂੰਹ ਬਣਾਵਾਂਗੇ, ਵਿਸਲ ਦੀ ਤਰ੍ਹਾਂ ਹਵਾ ਬਾਹਰ ਨਿਕਾਲਾਂਗੇ ਤਾਂ ਠੰਡੀ ਹਵਾ ਆਏਗੀ। ਉਹ ਆਪਾਂ ਪੁੱਠੇ ਹੱਥ ਦੇ ਉੱਪਰ ਚੈੱਕ ਵੀ ਕਰ ਸਕਦੇ ਹਾਂ, ਜਿਸ ਤਰ੍ਹਾਂ ਕਿ ਛੋਟਾ ਮੂੰਹ ਬਣਾ ਕੇ ਅਗਰ ਬਾਹਰ ਕੱਢਾਂਗੇ ਠੰਡੀ ਹਵਾ ਆਏਗੀ, ਅਗਰ ਮੂੰਹ ਜ਼ਿਆਦਾ ਖੋਲ ਕੇ ਹਾਂ ਦੀ ਆਵਾਜ਼ ਕੱਢਾਂਗੇ ਤਾਂ ਗਰਮ ਹਵਾ ਆਏਗੀ। ਇਹ ਦੋਨਾਂ ਕੱਢਣ ਦੇ ਨਾਲ ਸਾਡੀ ਬਾਡੀ ਜਿਹੜੀ ਹੈ ਬੈਲੈਂਸ ਹੁੰਦੀ ਹੈ। ਸਾਡੀ ਸਾਰੀ ਨਸ ਨਾੜੀਆਂ ਦੇ ਵਿੱਚ ਅਲਕਲਾਈਨ ਔਰ ਐਸਿਡ ਬੈਲੈਂਸ ਹੋ ਜਾਂਦੇ ਆ। ਬਾਡੀ ਦੀ ਊਰਜਾ ਪਿਓਰੀ ਹੋ ਜਾਂਦੀ ਹੈ। ਉਹਦੇ ਵਿੱਚ ਇਲੈਕਟ੍ਰਿਸਿਟੀ ਜਿਹੜੀ ਹੈ, ਸਟੈਟਿਕ ਇਲੈਕਟ੍ਰਿਸਿਟੀ, ਉਹ ਨਹੀਂ ਬਣਦੀ ਹੈ, ਅਸਰ ਨਹੀਂ ਕਰ ਪਾਉਂਦੀ ਹੈ। ਤੀਸਰਾ ਇੱਕ ਆਸਾਨ ਤਰੀਕਾ ਹੈ ਕਿ ਕੰਧੇ ਦੇ ਯਾਨੀ ਕਿ ਸ਼ੋਲਡਰ ਦੇ ਦੋਨਾਂ ਪਾਸੋਂ ਦੀ ਬਰਾਬਰ ਮਾਤਰਾ ਦੇ ਵਿੱਚ ਉਹਨੂੰ ਫੜ ਕੇ ਸ਼ੋਲਡਰ ਦੋਨੇ ਇਕੱਠੇ ਕਰਕੇ ਅਗਰ 6 ਸੈਕਿੰਡ ਲਈ ਪ੍ਰੈਸ ਕਰਕੇ 3 ਵਾਰੀ ਕਰ ਦੋ ਤਾਂ ਵੀ ਇਹ ਦੋਨੇ ਚੀਜ਼ਾਂ ਬੈਲੈਂਸ ਹੋ ਜਾਂਦੀਆਂ। ਇਹ ਵੀ ਆਪਾਂ ਕਰ ਸਕਦੇ ਆ ਆਸਾਨ ਤਰੀਕਾ। ਅੱਛਾ, ਜਿਹੜੇ ਲੋਕ ਸਟੇਟਸ ਪਾ ਰਹੇ ਨੇ ਫੇਸਬੁੱਕ ਤੇ, WhatsApp ਤੇ, ਸੋਸ਼ਲ ਮੀਡੀਆ ਤੇ, ਕਰੰਟ ਲੱਗ ਗਿਆ, ਉਹ ਇਹਦੇ ਨਾਲ ਹੱਲ ਕੱਢ ਸਕਦੇ ਨੇ? ਦੇਖੋ ਜੀ, ਬਹੁਤ ਆਸਾਨ ਤਰੀਕਾ ਹੈ। ਦੇਖੋ, ਆਪਾਂ ਕੋਈ ਇਦਾਂ ਦੀ ਚੀਜ਼ ਆਂਦੀ ਹੈ ਤਾਂ ਉਹਦਾ ਪ੍ਰਚਾਰ ਵੀ ਬੜੀ ਤੇਜ਼ੀ ਨਾਲ ਹੁੰਦਾ ਹੈ, ਪਰ ਜੇਕਰ ਹੱਲ ਦਾ ਪ੍ਰਚਾਰ ਵੀ ਤੇਜ਼ੀ ਨਾਲ ਹੋ ਜਾਏ ਤਾਂ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਇਹ ਸਟੈਟਿਕ ਐਨਰਜੀ ਹੈ, ਇਹ ਉਸ ਤੋਂ ਬਾਅਦ ਆਪਣੇ ਆਪ ਸੇਫ ਸਾਈਡ ਹੋ ਜਾਏਗੀ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਵੀ ਕਦੀ ਹੋਇਆ ਇਦਾਂ ਕਰੰਟ ਲੱਗਦੇ ਹੁੰਦੇ ਨੇ ਲੋਕਾਂ ਨੂੰ? ਦੇਖੋ ਜੀ, ਬਹੁਤ ਸਮੇਂ ਪਹਿਲਾਂ ਬਹੁਤ ਲੋਕਾਂ ਨੇ ਅਭਿਆਸ ਕੀਤਾ ਹੋਇਆ, ਐਸਾ ਨਹੀਂ ਹੈ। ਸਟੈਟਿਕ ਐਨਰਜੀ ਪਹਿਲਾਂ ਵੀ ਕਈ ਵਾਰੀ ਆ ਚੁੱਕੀ ਹੈ, ਪਰ ਇੰਨੀ ਮਾਤਰਾ ਵਿੱਚ ਜਾਂ ਕਈ ਜਗ੍ਹਾ ਇਕੱਠੀ ਨਹੀਂ ਆਉਂਦੀ ਹੈ। ਜਾਂ ਕਹਿ ਲਓ ਕਿ ਉਦੋਂ ਸੋਸ਼ਲ ਮੀਡੀਆ ਦਾ ਦੌਰ, ਜਦੋਂ ਇੰਨਾ ਕਿ ਉਹਦਾ ਪ੍ਰਚਾਰ ਨਹੀਂ ਹੋ ਪਾਇਆ। ਐਨਰਜੀ ਜਿਹੜੀ ਸਾਇੰਸ ਦਾ ਵਿਸ਼ਾ ਹੈ, ਇਹਦੇ ਵਿੱਚ ਜਿਹੜੀ ਐਨਰਜੀ ਆ ਜਾਂਦੀ ਹੈ ਔਰ ਇਹ ਬੜੀ ਆਸਾਨੀ ਦੇ ਨਾਲ ਠੀਕ ਹੋ ਜਾਂਦੀ ਹੈ, ਕੋਈ ਇਸ਼ੂ ਨਹੀਂ ਹੈ। ਸਿਰਫ ਇੰਨੀ ਕੁ ਸੰਭਾਲ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਛੋਟਾ ਬੱਚਾ ਬਾਲਕਨੀ 'ਚ ਖੜਾ, ਗੈਲਰੀ 'ਚ ਖੜਾ, ਕਿਤੇ ਕਰੰਟ ਲੱਗ ਜੇ, ਉਹਦੇ ਨਾਲ ਕੋਈ ਪਿੱਛੇ ਗਿਰ ਕੇ ਜਾਂ ਕੋਈ ਐਸੀ ਮਿਸਹੈਪਨਿੰਗ ਨਾ ਹੋ ਜਾਏ। ਅਗਰ ਆਪਾਂ ਨੂੰ ਪਤਾ ਹੋਏਗਾ, ਬੱਚਾ ਤੱਕ ਨੂੰ ਪਤਾ ਹੋਏਗਾ ਕਿ ਕੁਝ ਨਹੀਂ ਹੈ, ਨਥਿੰਗ ਹੈ, ਤਾਂ ਆਪਾਂ ਉਹ ਤੋਂ ਬਚ ਸਕਦੇ ਆ। ਅਵੇਅਰਨੈਸ ਜਿਹੜੀ ਹੁੰਦੀ ਬਹੁਤ ਜ਼ਰੂਰੀ ਹੁੰਦੀ ਹੈ, ਜੋ ਕਿ ਤੁਸੀਂ ਹੁਣ ਇਸ ਵੇਲੇ ਆਪਾਂ ਕਰ ਰਹੇ ਆ। ਤੇ ਇਹਨਾਂ ਆਸਾਨ ਚੀਜ਼ਾਂ ਦੇ ਨਾਲ, ਛੋਟੇ ਚੀਜ਼ਾਂ ਦੇ ਨਾਲ ਹੀ ਆਪਾਂ ਇਸ એનર્ਜੀ ਨੂੰ ਬਹੁਤ ਅੱਛਾ ਸੰਦੇਸ਼ ਦੇ ਸਕਦੇ ਆ, ਕਿਉਂਕਿ ਸਾਡੀ ਬਾਡੀ ਦੇ ਅੰਦਰ ਜਿਹੜੇ ਸੈਲੂਲਰ ਲੈਵਲ ਹੁੰਦੇ ਆ, ਤੁਸੀਂ ਦੇਖਿਆ ਹੋਊਗਾ ਕਿ ਜਿੰਨੀ ਬਾਡੀ ਹੈ 70 ਤੋਂ 75% ਸੈੱਲਾਂ ਦੇ ਨਾਲ ਬਣੀ ਹੋਈ ਹੈ। ਇੱਕ ਡਾਟ ਦੇ ਵਿੱਚ ਵੀ 1 ਲੱਖ ਸੈੱਲ ਹੁੰਦਾ ਹੈ, ਔਰ ਸੈੱਲ ਦੀ ਆਪਣੀ ਮੈਮਰੀ ਹੁੰਦੀ ਹੈ, ਯਾਨੀ ਕਿ ਸਾਡੇ ਕ੍ਰੋਮੋਸੈਲ ਦੇ ਅੰਦਰ ਸਾਡੇ DNA RNA ਹੁੰਦੇ ਹਨ। ਤੁਸੀਂ ਜਿਸ ਦਾ ਹੀ ਮੈਸੇਜ ਪਾਓਗੇ એનર્ਜੀ ਵਾਸਤੇ, ਸੇਫ ਸਾਈਡ ਵਾਸਤੇ, ਤਾਂ ਉਹ ਸਾਡੀ ਮੈਸੇਜ ਜਿਹੜਾ ਫੀਡ ਹੋ ਜਾਂਦਾ ਹੈ, ਸਾਨੂੰ ਬਹੁਤ ਸਾਰਾ ਲਾਭ ਮਿਲਦਾ ਹੈ। ਸਾਡੀ એનર્ਜੀ ਜਿਹੜੀ ਊਰਜਾ ਆਪਣੀ ਵੀ ਸਟਰੋਂਗ ਹੁੰਦੀ ਹੈ। ਠੀਕ ਹੈ, ਤਾਂ ਆ ਜਿਹੜੇ ਤੁਸੀਂ ਨੁਸਖੇ ਦੱਸੇ ਨੇ, ਚਾਹੇ ਉਹ ਸ਼ੋਲਡਰਸ ਵਾਲਾ ਹੋਵੇ, ਚਾਹੇ ਉਹ ਸਾਹ ਅੰਦਰ ਖਿੱਚ ਕੇ ਗਰਮ ਹਵਾ ਤੇ ਠੰਡੀ ਹਵਾ, ਇਸ ਦੇ ਨਾਲ ਅਸੀਂ ਕਰੰਟ ਤੋਂ ਬਚ ਸਕਦੇ ਹਾਂ, ਜਾਂ ਜੇ ਕਰੰਟ ਲੱਗਿਆ ਤਾਂ ਉਹਦਾ ਨੁਕਸਾਨ ਨਹੀਂ ਹੋਏਗਾ? ਇਹਦੇ ਨਾਲ ਆਪਾਂ ਕਰੰਟ ਤੋਂ ਵੀ ਬਚ ਸਕਦੇ ਆ, ਔਰ ਇਹਦੇ ਨਾਲ ਨਾਲ ਸਾਡੀ ਜਿਹੜੀ ਆ ਇਮਿਊਨ ਸਿਸਟਮ ਦੇ ਵਿੱਚ ਜਿਹੜਾ ਆਕਸੀਜਨ ਲੈਵਲ ਹੈ ਸਾਡਾ, ਉਹ ਲੈਵਲ ਵੀ ਬਹੁਤ ਵਧੀਆ ਹੋ ਸਕਦਾ ਹੈ। ਪਰ ਜੇ ਕਿਸੇ ਨੂੰ ਐਸੀ ਕੋਈ ਖਬਰ ਆਏ, ਕਿਸੇ ਨੂੰ ਕਰੰਟ ਜ਼ਿਆਦਾ ਵੀ ਲੱਗ ਜਾਏ, ਤਾਂ ਐਟ ਦੀ ਸਪੋਟ ਸਟੇਟ ਲੇਟ ਕੇ ਆਪਣੇ ਪੈਰ ਉੱਪਰ ਕਰ ਲਵੇ ਔਰ ਆਪਣਾ ਮੂੰਹ ਖੱਬੇ ਪਾਸੇ ਕਰ ਲਵੇ, 45 ਸੈਕਿੰਡ ਤੋਂ ਪਹਿਲਾਂ ਉਹ ਠੀਕ ਹੋ ਜਾਏਗਾ। ਅਗਰ ਸਡਨਲੀ ਕਿਸੇ ਨੂੰ, ਕਿਸੇ ਦੀ ਜ਼ਿਆਦਾ ਅਗਰ ਇਮਿਊਨਿਟੀ ਪਾਵਰ ਡਾਊਨ ਹੋਵੇ ਜਾਂ ਘੱਟ ਤਾਕਤ ਵਾਲਾ ਇਨਸਾਨ ਜਿਹੜਾ ਵਾ, ਉਹ ਵੀ ਇਹਦੇ ਨਾਲ ਉਸ ਸੇਮ ਤਰੀਕੇ ਨਾਲ ਠੀਕ ਹੋ ਜਾਏਗਾ। ਠੀਕ ਹੈ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਹੱਲ ਦੱਸਣ ਦੇ ਲਈ। ਤਾਂ ਬਹੁਤ ਸਾਰੇ ਲੋਕਾਂ ਦੇ ਅਸੀਂ ਕੱਲ ਤੋਂ ਸਟੇਟਸ ਦੇਖ ਰਹੇ ਹਾਂ, 2 ਦਿਨ ਹੋ ਗਏ ਨੇ, ਬਹੁਤ ਸਾਰੇ ਲੋਕ ਨੇ ਪੰਜਾਬ ਤੋਂ ਖਾਸ ਕਰਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਾਂ ਕਹਿ ਲਓ ਪਿੰਡਾਂ ਤੋਂ ਲੋਕਾਂ ਵੱਲੋਂ ਸਟੇਟਸ ਅਪਲੋਡ ਕੀਤੇ ਗਏ ਸਨ ਕਿ ਕਰੰਟ ਲੱਗ ਰਿਹਾ ਹੈ, ਕਿਸੇ ਵੀ ਚੀਜ਼ ਨੂੰ
ਛੂਨੇ ਆ ਟੱਚ ਕਰਦੇ ਆ ਤਾਂ ਕਰੰਟ ਲੱਗਦਾ ਹੈ। ਇਹਦਾ ਹੱਲ ਕੀ ਹੈ ਤੇ ਇਹ ਕਦੋਂ ਤੱਕ ਲੱਗੇਗਾ? ਤਾਂ ਇਹ ਅਸੀਂ ਕੋਸ਼ਿਸ਼ ਕੀਤੀ ਹੈ ਇਸ ਆਪਣੇ ਮਾਧਿਅਮ ਰਾਹੀਂ, ਇਸ ਇੰਟਰਵਿਊ ਰਾਹੀਂ ਉਹਨਾਂ ਦੀ ਮਦਦ ਕਰਨ ਦੇ ਲਈ। ਉਹ ਲੋਕ ਜਿਨ੍ਹਾਂ ਨੂੰ ਕਰੰਟ ਲੱਗਿਆ ਹੈ ਜਾਂ ਉਹ ਲੋਕ ਜਿਨ੍ਹਾਂ ਨੂੰ ਡਰ ਲੱਗ ਰਿਹਾ ਕਿ ਕਰੰਟ ਲੱਗ ਨਾ ਜਾਏ, ਤਾਂ ਤੁਸੀਂ ਇਹ ਜੋ ਛੋਟੇ ਜਿਹੇ ਨੁਸਖੇ, ਬੜੇ ਆਸਾਨ ਜਿਹੇ ਨੁਸਖੇ ਡਾਕਟਰ ਸਾਹਿਬ ਵੱਲੋਂ ਸਾਂਝੇ ਕੀਤੇ ਗਏ ਨੇ, ਇਹਨਾਂ ਨੂੰ ਜ਼ਰੂਰ ਧਿਆਨ 'ਚ ਰੱਖੋ ਤੇ ਕਰੰਟ ਤੋਂ ਤੁਸੀਂ ਬਚ ਸਕਦੇ ਹੋ। ਤੇ ਇਸ ਦੇ ਨਾਲ ਨਾਲ ਆਪਣੀ ਇਮਿਊਨਿਟੀ ਵੀ, ਤੁਸੀਂ ਜੇ ਤੁਹਾਡੀ ਇਮਿਊਨਿਟੀ ਵੀਕ ਹੈ ਤਾਂ ਵੀ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਤੇ ਆਪਣਾ ਬਚਾਅ ਕਰ ਸਕਦੇ ਹੋ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।